ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਮੇਰ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪੰਡਤ ਮੈਲ ਨਾ ਚੁਕਈ, ਜੇ ਵੇਦ ਪੜ੍ਹੈ ਜੁਗ ਚਾਰ। ਤ੍ਰੈ ਗੁਣ ਮਾਇਆ ਮੂਲ ਹੈ, ਵਿੱਚ ਹੋਮੈ ਨਾਮ ਵਿਸਾਰ। ਪੰਡਤ ਭੂਲੇ ਦੂਜੈ ਲਾਗੇ, ਮਾਇਆ ਕੈ ਵਾਪਾਰ। ਅੰਤਰ ਤ੍ਰਿਸ਼ਨਾ ਭੁੱਖ ਹੈ, ਮੂਰਖ ਭੁੱਖਿਆ ਮੋਏ ਗਵਾਰ। ਸਤਿਗੁਰ ਸੇਵਿਆ ਸੁਖ ਪਾਇਆ, ਸੱਚਾ ਸ਼ਬਦ ਵਿਚਾਰ। ਅੰਦਰੋਂ ਤ੍ਰਿਸ਼ਨਾ ਭੁੱਖ ਗਈ, ਸੱਚੈ ਨਾਏ ਪਿਆਰ। ਨਾਨਕ ਨਾਮ ਰਤੇ ਸਹਿਜੇ ਰਜੇ, ਜਿਨਾ ਹਰ ਰਾਖੇ ਰਖਿਆ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਦਾ ਮਹਾਨ ਪ੍ਰਕਾਸ਼, ਗੁਰਬਾਣੀ ਦਾ ਮਹਾਨ ਨੂਰ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਸੋਠ ਰਾਗਣੀ ਦੀ ਜੋ ਵਾਰ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਔਰ ਇਸ ਦੇ ਨਾਲ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਹਨ। ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, 647 ਅੰਗ ਤੇ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨਾਲ ਜੁੜੀਏ। ਅੱਜ ਦੇ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਸਤਿਗੁਰੂ ਜੋ ਇਸ ਸਮੇਂ ਬਖਸ਼ਿਸ਼ ਕਰ ਰਹੇ ਹਨ, ਜੋ ਪੁਜਾਰੀ ਵਰਗ ਹੈ, ਜੋ ਧਾਰਮਿਕ ਕਰਮ ਕਰਨ ਵਾਲੇ ਲੋਕ ਹਨ, ਉਹਨਾਂ ਵਿੱਚੋਂ ਬਹੁਤਾਤ ਗਿਣਤੀ ਕਰਮਕਾਂਡੀ ਲੋਕਾਂ ਦੀ ਹੈ।
ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਮੁਖਾਤਬ ਹੋ ਕੇ ਬਚਨ ਕਰ ਰਹੇ ਹਨ। ਧਾਰਮਿਕ ਅਸਥਾਨਾਂ ਦੇ ਅੰਦਰ ਸੇਵਾ ਕਰਨ ਵਾਲੇ ਪੁਜਾਰੀ, ਪੰਡਤ, ਭਾਈ ਜਾਂ ਹੋਰ ਵੀ ਧਰਮਾਂ ਦੇ ਅੰਦਰ, ਜਿਵੇਂ ਇਸਲਾਮ ਮਤ ਦੇ ਅੰਦਰ ਮੌਲਵੀ, ਕਾਜੀ, ਸਾਰੇ ਧਰਮਾਂ ਦੇ, ਭਾਵੇਂ ਇਹ ਸ਼ਬਦ ਪੰਡਤ ਦੇ ਪਰਥਾਏ ਹੈ, ਪਰ ਇਹਦਾ ਭਾਵ ਆਪਾਂ ਸਾਰਿਆਂ ਵਾਸਤੇ ਲੈਣਾ ਹੈ। ਕਿਉਂਕਿ ਕੱਲ੍ਹ ਇੱਕ ਸ਼ਬਦ ਆਇਆ ਸੀ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਭਾਵੇਂ ਉਹ ਪਰਥਾਏ ਹੈ ਸ਼ਬਦ ਕਿਸੇ ਦੇ ਸੰਬੰਧ ਵਿੱਚ ਹੈ, ਪਰ ਉਹਦਾ ਭਾਵ ਸਾਰਿਆਂ ਵਾਸਤੇ ਹੈ। ਸਤਿਗੁਰੂ ਜੀ ਕਹਿੰਦੇ ਉਹੀ ਧਾਰਮਿਕ ਕਰਮ ਕਰਨ ਵਾਲਾ ਬੰਦਾ ਪ੍ਰਵਾਨ ਹੋਵੇਗਾ ਜੋ ਅੰਦਰੋਂ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਜਸ ਗਾਉਂਦਾ ਹੈ। ਬਾਹਰਲਾ ਧਰਮ ਦਾ ਕਰਮ ਕਰਨ ਵਾਲਾ ਕੋਈ ਵੀ ਮਨੁੱਖ ਹੈ, ਪਾਤਸ਼ਾਹ ਕਹਿੰਦੇ ਉਹ ਤੇ ਮਾਇਆ ਵਾਸਤੇ, ਪਦਾਰਥ ਵਾਸਤੇ ਇਹ ਸਾਰਾ ਵਿਵਹਾਰ ਕਰ ਰਿਹਾ ਹੈ। ਇਸ ਕਰਕੇ ਉਹਦਾ ਇਹ ਸਾਰਾ ਕੀਤਾ ਹੋਇਆ ਪ੍ਰਵਾਨ ਨਹੀਂ ਹੋਵੇਗਾ, ਉਹ ਵੀ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਨਹੀਂ ਹੋਵੇਗਾ। ਸੁਆਓ ਸਤਿਗੁਰੂ ਜੀ ਜੋ ਬਖਸ਼ਿਸ਼ ਕਰ ਰਹੇ ਹਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਪਿਆਸ ਸਹਿਤ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪੰਡਤ ਮੈਲ ਨਾ ਚੁਕਈ, ਜੇ ਵੇਦ ਪੜ੍ਹੈ ਜੋਗ ਚਾਰ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਪੰਡਤ, ਬ੍ਰਾਹਮਣ, ਪੁਜਾਰੀ ਕੋਈ ਵੀ ਹੈ, ਕਿਸੇ ਵੀ ਧਰਮ ਦਾ ਹੈ, ਮਹਾਰਾਜ ਕਹਿੰਦੇ ਉਹਦੇ ਅੰਦਰੋਂ ਮੈਲ ਖਤਮ ਨਹੀਂ ਹੋਵੇਗੀ, ਭਾਵੇਂ 4 ਯੁੱਗ ਵੇਦ ਪੜ੍ਹਦਾ ਰਹੇ। ਭਾਵੇਂ 4 ਯੁੱਗ ਲੰਮਾ ਸਮਾਂ ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹੀ ਜਾਵੇ, ਜੋ ਅੰਦਰ ਮੈਲ ਹੈ ਵਿਕਾਰਾਂ ਦੀ, ਹਉਮੈ ਦੀ, ਉਹ ਦੂਰ ਨਹੀਂ ਹੁੰਦੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਫਰਮਾਨ ਕਰਦੇ ਨੇ, 4 ਵਰਣ ਚੌਹਾਂ ਕੇ ਮਰਦਨ, ਖਟ ਦਰਸ਼ਨ ਕਰ ਤਲੀਰੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚੋਂ ਹੀ ਮੋਹ ਛਲੀਰੇ। ਜਿਨ ਮਿਲ ਮਾਰੇ ਪੰਚ ਵਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਰਹਾਉ ਵੱਡੀ ਕੌਮ ਵਸ ਭਾਗੈ ਨਾਹੀ, ਮੋਕਾਂ ਹੋਇਆ ਠੱਲੀ ਰੇ, ਕਉ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕਹਿ ਝੱਲੀ ਰੇ। 4 ਵਰਨਾਂ ਦੇ ਲੋਕ ਜਿਹੜੇ ਬਹੁਤ ਆਪਣੇ ਆਪ ਨੂੰ ਵੱਡਾ ਹੋਣ ਦਾ ਦਾਅਵਾ ਕਰਦੇ, 4 ਵਰਨ ਚੌਹਾਂ ਕੇ ਮਰਦਨ, ਖਟ ਦਰਸ਼ਨ ਕਰ ਤਲੀਰੇ, ਜਿਨ੍ਹਾਂ ਨੇ 6 ਸ਼ਾਸਤਰ ਪੜ੍ਹੇ, ਬੜੇ ਅਧਿਐਨ ਕੀਤੇ, ਪਰ ਉਹ ਦੁਨੀਆ ਦੀ ਵਾਹਵਾ ਵਾਸਤੇ, ਪਦਾਰਥ ਵਾਸਤੇ, ਤਾਂ ਇਹਨਾਂ ਵਿਕਾਰਾਂ ਨੇ, ਜਿਨ੍ਹਾਂ ਦੀ ਵਿਕਾਰਾਂ ਦੀ ਅੰਦਰ ਮੈਲ ਦੀ ਇੱਥੇ ਗੱਲ ਹੋ ਰਹੀ ਹੈ, ਇਹਨਾਂ ਨੇ ਬੜੇ ਸਿਆਣੇ ਸੁਘੜ ਲੋਕਾਂ ਨੂੰ ਵੀ ਛਾਲਿਆ। ਸੁੰਦਰ ਸੁਗਰ ਸਰੂਪ ਸਿਆਣੇ, ਪੰਚੋਂ ਹੀ ਮੋਹ ਛਲੀਰੇ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਐਸਾ ਕਿਹੜਾ ਬਲੀ ਜਿਹਨੇ ਪੰਜਾਂ ਨੂੰ ਜਿੱਤ ਲਿਆ ਹੋਵੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਉਹ ਅਖੀਰ ਵਿੱਚ ਇਹੀ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਨੇ ਸੰਗਤ ਦਾ ਓਟ ਆਸਰਾ ਲਿਆ, ਨਾਮ ਜਪਿਆ, ਉਹ ਜਿੱਤੇ ਹਨ। ਵਰਨਾ
ये मैल अंदरों विकारां दी दूर नहीं हुंदी। पातशाह प्रमाण करते हैं, त्रै गुण माया मूल है, विच होमै नाम विसार। त्रै गुण रजो गुण तमो गुण सतो गुण, यही माया का मूल है। त्रै गुण रजो गुण तमो गुण सतो गुण, ਇਹਦੀ बहुत डूंगी व्याख्या गुरबाणी ਦੇ ਵਿੱਚ ਸਤਿਗੁਰੂ ਸਾਨੂੰ ਵਾਰ-ਵਾਰ ਦੱਸਦੇ ਨੇ। ਰਜੋ ਗੁਣ ਕੀ ਹੈ, ਤਮੋ ਗੁਣ ਕੀ ਹੈ, ਸਤੋ ਗੁਣ ਕੀ ਹੈ। ਮਨੁੱਖ ਦੇ ਸੁਭਾਅ ਤੋਂ ਪਤਾ ਲੱਗ ਜਾਂਦਾ ਹੈ ਇਹ ਕਿਸ ਗੁਣ ਵਿੱਚ ਜੀ ਰਿਹਾ ਹੈ। ਰਜੋ ਗੁਣ ਮੈਨੂੰ ਇੱਕ ਬਿਰਤੀ ਹੈ, ਸਤੋ ਗੁਣ ਵੀ ਇੱਕ ਬਿਰਤੀ ਹੈ, ਤਮੋ ਗੁਣ ਵੀ ਇੱਕ ਬਿਰਤੀ ਹੈ। ਇਹ ਬਿਰਤੀ ਬਣਦੀ ਕਿਵੇਂ ਹੈ? ਜਦੋਂ ਕੋਈ ਮਨੁੱਖ ਉਸ ਤਰ੍ਹਾਂ ਦੀਆਂ ਚੀਜ਼ਾਂ ਵਰਤਣ ਲੱਗ ਜਾਵੇ ਤਾਂ ਉਸ ਤਰ੍ਹਾਂ ਦੀ ਬਿਰਤੀ ਬਣਨ ਲੱਗ ਜਾਂਦੀ ਹੈ। ਤਮੋ ਗੁਣੀ ਆਪਾਂ ਬਸਤਰ ਪਾਉਣ ਲੱਗ ਜਾਵਾਂਗੇ ਨਾ ਤੇ ਬਿਰਤੀ ਤਮੋ ਗੁਣੀ ਬਿਰਤੀ ਹੋਣ ਲੱਗ ਜਾਵੇਗੀ। ਤਮੋ ਗੁਣ मैंने खिजिया होया रहना, सड़िया बलिया जा रहना, हर समय तत्ता ही रहना, ये तमोगुण बिरती है। तमोगुण जदों रोटी खाधी, तमोगुण वर्गे पदार्थ जिहड़े जिन्हां विच तमोगुण, जिवें अजकल जिहड़े ने बहुते तमोगुणी भोजन पदार्थ तैयार हो रहे हैं। जो मनुख बाजार विचों लैके खा रहा है ये तमोगुणी है। तेज मसाले जिन्ने भी पा के मनुख खांदा है ये तमोगुणी बिरती बनती है। जदों मनुख जिवें खीर दुध इस तरह के पदार्थ छकदा है ना तो ये नाल सतोगुणी बिरती बनती है। ये ठंडे सुभाअ के पदार्थ हैं, इन्हां नाल होर भी बहुत सारे आ जाते हैं। रजोगुण बिरती तरह तरह के जिमें राजे महंगे तो महंगे पदार्थ खाने, वो रजोगुण बिरती आ जाती है। उस तरह दीयां चीज़ां खाण नाल भी पाण नाल भी बिरती बनती है। जो मनुख लंबे समय तो किसी चीज़ नूं खा रहा है पा रहा है उहदी उस तरह की बिरती बन जाती है, वो तमोगुणी बिरती बन जाती है। जिवें बोलण दे नाल भी ये बिरती बनती है, पढ़न दे नाल भी बिरती बनती। तीन तरह की बिरती रजोगुण तमोगुण सतोगुण साडे अंदर किवें प्रवेश करते हैं कि जिमें मनुख कोई वार वार किसी चीज़ नूं बोलदा है पढ़दा है, मतलब कि बहुत रूपां दे नाल ये बिरती बनती है। जिमें तीन देवतियां दा जिक्र आउंदा है, ब्रह्मा विष्णु ते महेश। जिहड़े महेश हन शिव जी हन वो तमोगुण की बिरती दे मालक हन। जिहड़े विष्णु जी हन वो रजोगुणी हन, जिहड़े ब्रह्मा जी हन वो सतोगुणी वाल हन। तां ही उन्होंने वेद रचे, धार्मिक ग्रंथां नूं पढ़न नाल सतोगुण की बिरती बनती है। जां जिस तरह की भी, क्योंकि वख-वख तरह के ग्रंथ हैं, आपां चंडी की वार पढ़ांगे तमोगुणी बिरती बनेगी। तमोगुणी ये गुण माड़े नहीं हैं, पर उन्होंने वरतना किस तरह है, किस थां ते वरतना है। जदों आपां नाम बाणी का अभ्यास करांगे तां उस तरह की फिर बिरती बनती है। नाम जप के मनुख इन्हां तो अगे लंघ जाता है, रजोगुण तमोगुण सतोगुण तो। ये तीन देवते तीन बिरती दे रजोगुण तमोगुण सतोगुण समझना होवे। विष्णु जी हैं वो रजोगुणी हैं, भंडारियां दे मालक ने।
ਜਿਹੜੇ शिव जी ਹਨ ਉਹ ਬੀਆਬਾਨ ਉਜਾੜ ਵਿੱਚ ਰਹਿੰਦੇ ਨੇ, ਮੜੀਆਂ ਮਸਾਣੀਆਂ ਵਿੱਚ ਰਹਿੰਦੇ ਨੇ, ਉੱਥੇ ਸਮਾਧੀ ਲਾ ਕੇ ਬੈਠੇ ਰਹਿਣਾ, ਪਿੰਡੇ ਤੇ ਸਵਾਹ ਮਲ ਲੈਣੀ, ਤਮੋਗੁਣੀ ਬਿਰਤੀ ਹੈ। ਇਸ ਤਰ੍ਹਾਂ ਮਨੁੱਖ ਦੇ ਅੰਦਰ ਇਹ ਬਿਰਤੀ ਜਦੋਂ ਵੱਧ ਗਈ ਤਾਂ ਇਹ ਫਿਰ ਖਤਰਨਾਕ ਬਣ ਜਾਂਦੀ ਹੈ। ਮਾੜੇ ਨਹੀਂ ਹਨ ਰਜੋਗੁਣ, ਤਮੋਗੁਣ, ਸਤੋਗੁਣ। ਜਦੋਂ ਆਪਾਂ ਕਿਸੇ ਚੀਜ਼ ਨੂੰ ਵਾਰ-ਵਾਰ ਕਰਾਂਗੇ ਉਹ ਬਿਰਤੀ ਵਧੇਗੀ। ਇੱਕੋ ਬਿਰਤੀ ਤੁਹਾਡੇ ਅੰਦਰ ਵੱਧ ਗਈ ਉਹ ਨੁਕਸਾਨ ਕਰੇਗੀ, ਭਾਵੇਂ ਉਹ ਕੋਈ ਵੀ ਬਿਰਤੀ ਹੈ। ਇਹਨਾਂ ਨੂੰ ਸਮ ਰੱਖਣਾ ਹੈ, ਬਰਾਬਰ ਰੱਖਣਾ ਹੈ, ਕਿਉਂਕਿ ਜੇ ਇਹ ਨਾ ਹੋਣ ਤਾਂ ਇਹਨਾਂ ਦੇ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤ੍ਰੈ ਗੁਣ ਮਾਇਆ ਮੂਲ ਹੈ। ਤ੍ਰੈ ਗੁਣ ਜਿਹੜੇ ਰਜੋਗੁਣ, ਤਮੋਗੁਣ। ਮਨੁੱਖ ਜਿਸ ਤਰ੍ਹਾਂ ਦਾ ਖਾਂਦਾ ਹੈ, ਪਾਉਂਦਾ ਹੈ, ਹੰਡਾਉਂਦਾ ਹੈ, ਬੋਲਦਾ ਹੈ, ਜਿਸ ਤਰ੍ਹਾਂ ਦੀ ਲੋਕਾਂ ਦੀ ਸੰਗਤ ਕਰਦਾ ਉਸ ਤਰ੍ਹਾਂ ਦਾ ਗੁਣ ਇਹਦੇ ਵਿੱਚ ਵੱਧ ਜਾਂਦਾ ਹੈ। ਇਹ ਕਈ ਤਰੀਕਿਆਂ ਨਾਲ ਹੁੰਦਾ, ਇੱਕ ਤਰੀਕੇ ਨਾਲ ਨਹੀਂ ਬਿਰਤੀ ਵੱਧਦੀ। ਖਾਣ ਪਾਣ, ਬੋਲਣਾ, ਸੁਣਨਾ। ਹੁਣ ਜੇ ਨਾਟਕ ਉਸ ਤਰ੍ਹਾਂ ਦੇ ਵੇਖੀ ਜਾਣੇ ਨੇ ਲੜਾਈ ਝਗੜੇ ਵਾਲੇ, ਤਮੋਗੁਣ ਬਿਰਤੀ ਵਧੇਗੀ ਅੰਦਰ। ਜੇ ਦੇਵੀ ਦੇਵਤਿਆਂ ਵਾਲੇ ਵੇਖੀ ਗਏ ਤਾਂ ਅੰਦਰ ਸਤੋਗੁਣ ਬਿਰਤੀ ਵਧੇਗੀ। ਇਸ ਤਰ੍ਹਾਂ ਇਹ ਸਾਰੇ ਕਈ ਰੂਪਾਂ ਦੇ ਵਿੱਚ ਰਜੋਗੁਣ, ਤਮੋਗੁਣ, ਸਤੋਗੁਣ ਮਨੁੱਖ ਦੇ ਅੰਦਰ ਵੱਧਦਾ ਹੈ। ਜਦੋਂ ਵੱਧਦਾ ਹੈ ਉਹ ਭਾਵੇਂ ਕੋਈ ਵੀ ਗੁਣ ਹੈ ਉਹ ਖਤਰਨਾਕ ਹੋ ਜਾਂਦਾ ਹੈ। ਨਾਮ ਵਾਹਿਗੁਰੂ ਦਾ ਹੀ ਇਹਨਾਂ ਨੂੰ ਕੰਟਰੋਲ ਵਿੱਚ ਰੱਖਦਾ ਹੈ। ਕੋਈ ਵੀ ਚੀਜ਼ ਕੰਟਰੋਲ ਵਿੱਚ ਉਹਦੀ ਬ੍ਰੇਕ ਹੁੰਦੀ ਹੈ। ਜੇ ਬ੍ਰੇਕ ਨਾ ਹੋਵੇ ਤਾਂ ਐਕਸੀਡੈਂਟ ਹੋ ਜਾਂਦਾ ਹੈ। ਕਿਸੇ ਵੀ ਚੀਜ਼ ਨੂੰ ਚਲਾਉਣ ਦੀ ਮਰਿਆਦਾ ਹੈ। ਤੋ ਮਹਾਰਾਜ ਕਹਿੰਦੇ ਜਿਹੜੇ ਧਾਰਮਿਕ ਅਸਥਾਨਾਂ 'ਤੇ ਸੇਵਾ ਕਰਨ ਵਾਲੇ ਲੋਕ, ਵੇਦ ਉਹਨਾਂ ਨੇ ਬੜੇ ਪੜ੍ਹੇ ਪਰ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਅੰਦਰੋਂ ਨਹੀਂ ਜੁੜੇ, ਤਾਂ ਅੰਦਰ ਇਹ ਵਿਕਾਰਾਂ ਦੀ ਮੈਲ ਇਕੱਠੀ ਹੋ ਗਈ, ਵਿਕਾਰੀ ਹੋ ਗਏ। ਪਾਤਸ਼ਾਹ ਕਹਿੰਦੇ ਤ੍ਰੈ ਗੁਣ ਮਾਇਆ ਮੂਲ ਹੈ, ਵਿੱਚੋਂ ਮੈਂ ਨਾਮ ਵਿਸਾਰ। ਮਾਇਆ ਦਾ ਇਹ ਮੂਲ ਤਿੰਨ ਗੁਣ ਹਨ। ਜਿੱਥੇ ਇਹ ਚੀਜ਼ਾਂ ਵੱਧ ਜਾਣ ਸਮਝ ਲਓ ਮਾਇਆ ਦਾ ਪ੍ਰਭਾਵ ਉਸ ਜੀਵ ਦੇ ਉੱਪਰ ਜ਼ਿਆਦਾ ਪੈ ਗਿਆ ਹੈ। ਜਦੋਂ ਇਹ ਚੀਜ਼ਾਂ ਵਧੀਆਂ ਨੇ ਇਹਨਾਂ ਦੇ ਨਾਲ ਹਉਮੈ ਆਉਂਦੀ ਹੈ, ਭਾਵੇਂ ਰਜੋਗੁਣ ਵਧਿਆ ਹੋਵੇ, ਭਾਵੇਂ ਤਮੋਗੁਣ, ਭਾਵੇਂ ਸਤੋਗੁਣ, ਤਾਂ ਫਿਰ ਅੰਦਰ ਹਉਮੈ ਆ ਜਾਂਦੀ ਹੈ। ਜਿਵੇਂ ਆਪਾਂ ਇਹਨਾਂ ਦੇਵਤਿਆਂ ਦਾ ਜ਼ਿਕਰ ਕੀਤਾ, ਇਹਨਾਂ ਨੂੰ ਵੀ ਹਉਮੈ ਆ ਗਈ। ਬ੍ਰਹਮੇ ਨੂੰ ਹਉਮੈ ਆ ਗਈ। ਉਹ ਕਹਿੰਦਾ ਵੀ ਮੈਂ ਕਿੱਥੋਂ ਪੈਦਾ ਹੋਇਆ ਹਾਂ। ਆਵਾਜ਼ ਆਈ ਤੂੰ ਇਸ ਕਮਲ ਦੀ ਨਾਭੀ ਤੋਂ ਪੈਦਾ ਹੋਇਆ ਹੈ। ਹੰਕਾਰ ਵਿੱਚ ਕਹਿੰਦਾ ਲੈ ਮੈਂ ਇੱਥੋਂ ਪੈਦਾ ਹੋਇਆ। ਨਿੱਕਾ ਜਿਹਾ ਕਮਲ, ਲੱਤ ਮਾਰੀ ਵਿੱਚ ਗਿਰ ਗਿਆ ਉਹਦੇ। ਕਿੰਨਾ ਸਮਾਂ ਥੱਲੇ ਜਾਂਦਾ ਰਿਹਾ। ਬਾਣੀ ਵਿੱਚ ਲਿਖਿਆ 18 ਯੁੱਗ ਬ੍ਰਹਮਾ ਉਸ ਕਮਲ ਦੀ ਨਾਲੀ ਵਿੱਚ ਥੱਲੇ ਹੀ ਜਾਂਦਾ ਰਿਹਾ। ਇੰਨੀ ਲੰਮੀ ਨਾਲ ਬੜਾ ਪਛਤਾਇਆ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਬ੍ਰਹਮੇ ਨੂੰ ਗਰਭ ਹੋ ਗਿਆ, ਹੰਕਾਰ ਹੋ ਗਿਆ, ਗਿਰ ਗਿਆ। 18 ਯੁੱਗ ਥੱਲੇ ਹੀ ਗਈ ਗਿਆ। ਆਖਰ ਪਛਤਾਇਆ ਤੇ ਅਰਦਾਸ ਕੀਤੀ, ਬੇਨਤੀ ਕੀਤੀ ਮੈਨੂੰ ਬਖਸ਼ਿਆ ਜਾਵੇ। ਬਾਹਰ ਆਉਣ ਲੱਗਾ, ਅਰਦਾਸ ਸੁਣੀ ਗਈ। 18 ਯੁੱਗ ਬਾਹਰ ਆਉਣ 'ਤੇ ਲੱਗੇ। 18 ਜਗ ਥੱਲੇ, 18 ਯੁੱਗ ਉੱਪਰ ਨੂੰ ਆਉਣ ਲੱਗਿਆ। 36 ਯੁੱਗ ਬਾਣੀ ਵਿੱਚ ਜ਼ਿਕਰ ਆਉਂਦਾ। 36 ਯੁੱਗ ਕੀਆ ਗੁਬਾਰਾ। 36 ਯੁੱਗ ਗੁਬਾਰ ਹੀ ਬਣਿਆ ਰਿਹਾ, ਕਿਸੇ ਵੀ ਚੀਜ਼ ਦੀ ਸਿਰਜਣਾ ਨਹੀਂ ਹੋਈ। ਇਹ 36 ਯੁੱਗ ਉਹੀ ਜ਼ਿਕਰ ਕੀਤਾ ਗਿਆ ਹੈ। ਜਿਸ ਸਮੇਂ ਬ੍ਰਹਮਾ ਗਿਰਿਆ 18 ਯੁੱਗ ਥੱਲੇ ਨੂੰ ਗਿਆ, ਫਿਰ ਵਾਪਸ ਜਦੋਂ ਆਇਆ 18 ਯੁੱਗ ਉਹ ਲੱਗ ਗਏ। 36 ਯੁੱਗ ਧੁੰਦੂਕਾਰ ਹੀ ਬਣਿਆ ਰਿਹਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਆ ਗਈ। ਹਉਮੈ ਵਿੱਚ ਜੀਵ ਨਾਮ ਭੁੱਲ ਜਾਂਦਾ। ਜਦੋਂ ਕੋਈ ਗੁਣ ਵੱਧ ਗਿਆ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਾਂ ਫਿਰ ਬੰਦਾ ਉਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦਾ ਹੈ। ਜਿਸ ਬੰਦੇ ਦੇ ਅੰਦਰ ਰਜੋ ਗੁਣ ਵਧਿਆ ਹੋਵੇ ਉਹ ਪਦਾਰਥ ਦੀ ਹੀ ਗੱਲ ਕਰੇਗਾ, ਰਾਜਿਆਂ ਵਾਂਗ ਉਸ ਤਰ੍ਹਾਂ ਦੀਆਂ ਗੱਲਾਂ, ਉਸ ਤਰ੍ਹਾਂ ਦਾ ਬੋਲ ਚਾਲ, ਉਸ ਤਰ੍ਹਾਂ ਦਾ ਵੀ ਕਰਮ ਕਰੇਗਾ।
तो महाराज सच्चे पातशाह जी कहते उत्थे हुमै आ जाती है, हुमै विच नाम नूं भुल जाता है जीव। पंडित भूले दूजे लागे माया कै व्यापार। पंडित धार्मिक पुजारी लोग उन्हां दे अंदर किहड़ा गुण वध गया, जदों ये रजो गुण वधिया तां उन्हां ने धर्म नूं वपार बना लिया, माया इकट्ठी करन दा ही प्रयोजन बना लिया। भुल के वाहिगुरू नूं वेद काहदे वास्ते पढ़ने सी, डॉक्टर काहदे वास्ते बनना सी। चलो ये रोजी रोटी भी जुड़ी है, पर असल में जदों पहला वैद बनते सी ना, वैद तैयार किए जाते सी, और दुखी रोगी लोगों के रोग नूं मिटाउण वास्ते बनाया जाता सी। ते ਉਹ ਲੋੜ मात्र पैसा ਲੈਂਦੇ ਸੀ भी चलो ਇੰਨੀ ਸਾਨੂੰ ਕੁਝ ना कुछ दे ਦਿਓ, ਸਾਡੇ घर ਦਾ रोटी पानी ਚੱਲਦਾ ਰਹੇ, ਅਸੀਂ ਦਵਾਈਆਂ ਬਣਾ ਕੇ ਦੇਸੀ ਉਹ ਵੇਦ ਦਿੰਦੇ ਸਨ। ਕੋਈ ਵੀ ਕਰਮ ਮਨੁੱਖ ਉਸ ਸਮੇਂ ਪੁਰਾਤਨ ਸਮਿਆਂ ਵਿੱਚ ਸਿੱਖਦਾ ਸੀ, ਉਹ ਭਲੇ ਵਾਸਤੇ, ਦੁਨੀਆ ਦੇ ਭਲੇ ਵਾਸਤੇ। ਕੋਈ ਲੋਹਾਰ ਬਣਿਆ, ਕੋਈ ਤਰਖਾਣ ਬਣਿਆ, ਤਾਂ ਪਿੰਡਾਂ ਵਾਲੇ ਲੋਕਾਂ ਨੂੰ ਪਤਾ ਪਹਿਲਾਂ ਨਾ दाने दिते जाते सी, उन्होंने पैसा नहीं दिता जाता। वो जड़ा भी कोई काम करता, जो जिमें कोई भांडे मिट्टी के जोड़े बनते हैं घड़े आदि, वो पिंडों में देन आने दे जाने। जदों हाड़ी सौनी आनी उन्होंने आना, तो लोगों ने वो जिमें किसी ने भांडे ले होंदे सी, उन्होंने कुछ ना कुछ दाने दे देने। सारियां दा इस तरह सर्कल चलता सी, यानी कि लालच नहीं सी भी भांडे वेचने ने, रोजी रोटी जुड़ी, पर लालच वास्ते नहीं। हुण अज सारियां दे अंदर रजो गुण वध गया है, बस पैसा इकट्ठा करन वास्ते ही कोई भी काम है, उहदा प्रयोजन यही है भी पैसा इकट्ठा करना है। कोई डॉक्टर बन गया है, बंदा मर रहा है, जिन्ना ऑपरेशन ते खर्चा आउंदा है ਉਹਦੇ ਤੋਂ कई गुणा ज़्यादा पैसा लिया जाता है। कोई वकील बनया है, कोई इंजीनियर बनया है, जिन्ना पैसा उस कर्म नूं करन ते उन्हों मिलना चाहिए, उहदे तो कई गुणा ज़्यादा वो प्राप्त करता है। क्योंकि वो बिरती अंदर वज गई तो फिर ये केवल माया का व्यापार रह जाता है। तां ही अज दुनिया विच जिहड़ा धर्म नहीं रह गया, धर्म ना रहन का कारण लोभ वध गया, हर एक बंदे दे अंदर लोभ वध गया। तो महाराज कहते पंडित भूले दूजे लागे। पंडित भी धर्म दे कर्म करन वाले लोग भी भुल गए, वेद पढ़न वाले भी। हुण देखो आपां किसी नामवर कथा वाले नूं बुलाना होवे, कीर्तन वाले नूं बुलाना होवे, वो 21,000 31,000 51,000 तक भी लेंदे ने, कई लख लख भी लेंदे ने एक घंटे का। ਤਾਂ ਉਹਨਾਂ ਦਾ ਵੀ ਪ੍ਰਯੋਜਨ ਇਹੀ ਰਹਿ ਗਿਆ ਵੀ ਮਾਇਆ ਚਾਹੀਦੀ, ਜੇ ਨਹੀਂ ਦੇਵੋਗੇ ਤੇ ਉਹ ਫੋਨ ਆ ਜਾਂਦਾ ਜੀ ਭਾਈ ਸਾਹਿਬ ਬਿਮਾਰ ਹੋ ਗਏ ਨੇ, ਨਹੀਂ ਆ ਸਕਦੇ, ਉਹਨਾਂ ਨੂੰ ਕੋਈ ਅਰਜੈਂਟ ਕੰਮ ਪੈ ਗਿਆ, ਕੁਝ ਐਸੀ ਗੱਲ ਹੋ ਗਈ ਹੈ, ਨਹੀਂ ਆ ਸਕਦੇ। ਮਹਾਰਾਜ ਕਹਿੰਦੇ ਭੁੱਲ ਗਏ ਧਰਮ ਨੂੰ, ਆਪਣੇ ਜਿਸ ਚੀਜ਼ ਨਾਲ ਜੁੜਨਾ ਸੀ ਉਹ ਤੋਂ ਭੁੱਲ ਗਏ। ਤਾਂ ਪਾਤਸ਼ਾਹ ਕਹਿੰਦੇ ਪੰਡਤ ਭੂਲੇ ਦੂਜੇ ਲਾਗੇ, ਮਾਇਆ ਕਹਿ ਵਪਾਰ, ਮਾਇਆ ਦੇ ਵਪਾਰ ਵਾਸਤੇ ਭੁੱਲ ਗਏ, ਦਵੈਤ ਵਿੱਚ ਲੱਗ ਗਏ, ਰੱਬ ਨਾਲ ਨਹੀਂ ਜੁੜੇ। ਦੂਜੇ ਲੱਗੇ ਭਾਵ ਸੰਸਾਰ ਨਾਲ ਹੀ ਜੁੜ ਗਏ ਰੱਬ ਵਾਸਤੇ। ਹੁਣ ਜਿੰਨਾ ਵੀ ਪ੍ਰਚਾਰ ਹੈ ਸਾਰੇ ਧਰਮਾਂ ਦੇ ਅੰਦਰ, ਉਹ ਕਾਹਦੇ ਵਾਸਤੇ ਹੈ? ਮਾਇਆ ਵਾਸਤੇ ਹੈ, ਰੱਬ ਵਾਸਤੇ ਪ੍ਰਚਾਰ ਨਹੀਂ ਹੋ ਰਿਹਾ। ਤੇ ਕਰਾਉਣ ਵਾਲੇ ਵੀ ਰੱਬ ਵਾਸਤੇ ਨਹੀਂ ਕਰਦੇ। ਹੁਣ ਜਿਹੜਾ ਕੋਈ ਸਮਾਗਮ ਕਰਾਉਂਦਾ ਹੈ, ਵੱਡੇ ਵੱਡੇ ਸਮਾਗਮ ਹੁੰਦੇ ਨੇ, ਉੱਥੇ ਉਹਨਾਂ ਦਾ ਵੀ ਜ਼ੋਰ ਹੁੰਦਾ ਵੀ ਚਲੋ ਸਾਡੇ ਸੋਭਾ ਹੋਵੇ, ਨਾਮ ਹੋਵੇ, ਤੇ ਆਪਾਂ ਉਹਨਾਂ ਨੂੰ ਸਦੀ ਜਿਨ੍ਹਾਂ ਨੂੰ ਲੋਕ ਸੁਣਨ ਵਾਸਤੇ ਆਉਣ। ਫਿਰ ਇਹ ਵੀ ਡਿਮਾਂਡ ਕੀਤੀ ਜਾਂਦੀ ਹੈ, ਆਪਾਂ ਇਹ ਵੀ ਇੱਕ ਹਿਸਾਬ ਨਾਲ ਇੱਦਾਂ ਕਹਿ ਲਓ ਗੁਰਬਾਣੀ ਦੀ ਬੇਅਦਬੀ ਹੈ
ਜਦੋਂ ਕੀਰਤਨ ਚੱਲ ਰਿਹਾ ਹੋਵੇ ਤੇ ਆਪਾਂ ਲਿਖ ਕੇ ਪਰਚੀ ਦਿੰਦੇ ਹਾਂ, ਸਾਨੂੰ ਇਹ ਸ਼ਬਦ ਸੁਣਾਓ ਵੀ ਜਿਹੜੇ ਸ਼ਬਦ ਚੱਲ ਰਹੇ ਨੇ ਜਾਂ ਉਹ ਕੀਰਤਨ ਕਰਨਗੇ ਕਿ ਉਹ ਬਾਣੀ ਨਹੀਂ, ਸਪੈਸ਼ਲ ਆਪਣੇ ਕੰਨ ਰਸ ਵਾਸਤੇ ਆਪਾਂ ਕਹਿੰਦੇ ਆ ਵੀ ਇਹ ਸ਼ਬਦ ਜ਼ਰੂਰ ਸੁਣਾਓ। ਜਾਂ ਹਾਲਾਂਕਿ ਅੰਦਰੋਂ ਅਸੀਂ ਵੀ ਗੁਰਮੁਖ ਨਹੀਂ ਬਣੇ, ਪਰ ਆਪਾਂ ਕਹਿੰਦੇ ਆ ਇਹ ਸ਼ਬਦ ਸੁਣਾਓ ਜੀ ਸਾਨੂੰ। ਗੁਰਬਾਣੀ ਸਾਰੀ ਤਾਂ ਇੱਕ ਰੂਪ ਹੀ ਹੈ, ਪਰ ਅਸੀਂ ਵੀ ਕੰਨ ਰਸ ਤੱਕ ਜੁੜ ਗਏ ਤੋ ਸਾਰਾ ਮਾਇਆ ਦਾ ਵਪਾਰ ਹੀ, ਮਾਇਆ ਦੀ ਖੇਲ ਹੀ ਹੋ ਗਈ। ਮਹਾਰਾਜ ਕਹਿੰਦੇ ਅੰਤਰ ਤ੍ਰਿਸ਼ਨਾ ਭੁੱਖ ਹੈ, ਮੂਰਖ ਭੁੱਖਿਆ ਮੂਏ ਗਵਾਰ। ਅੰਦਰ ਤ੍ਰਿਸ਼ਨਾ ਵੱਧ ਗਈ, ਭੁੱਖ ਵੱਧ ਗਈ ਅੰਦਰ ਮਾਇਆ ਦੀ, ਪਦਾਰਥ ਦੀ। ਤੇ ਮਹਾਰਾਜ ਐਸੇ ਲੋਕਾਂ ਨੂੰ ਸਿਆਣਾ ਨਹੀਂ ਕਹਿੰਦੇ, ਵਿਦਵਾਨ ਨਹੀਂ ਕਹਿੰਦੇ, ਮੂਰਖ ਕਹਿੰਦੇ ਨੇ। ਮੂਰਖ ਭੁੱਖਿਆ ਮੂਏ ਗਵਾਰ। ਅੰਦਰੋਂ ਬਾਹਰੋਂ ਤਾਂ ਬੜਾ ਸੀ ਕੋਲ ਕੁਝ, ਪਰ ਅੰਦਰੋਂ ਭੁੱਖੇ ਹੀ ਰਹੇ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਤਾਂ ਮਹਾਰਾਜ ਕਹਿੰਦੇ ਐਸੇ ਗਵਾਰ ਭੁੱਖੇ ਹੀ ਮਰ ਗਏ ਸੰਸਾਰ ਤੋਂ, ਭਾਵ ਤ੍ਰਿਸ਼ਨਾ ਦੇ ਅਧੀਨ ਹੀ ਮਰ ਕੇ ਚਲੇ ਗਏ। ਸਤਿਗੁਰ ਸੇਵਿਆ ਸੁਖ ਪਾਇਆ, ਸੱਚੇ ਸ਼ਬਦ ਵਿਚਾਰ। ਮਹਾਰਾਜ ਕੀ ਸੱਚ ਹੈ ਨਹੀਂ, ਦੁਨੀਆ ਵਿੱਚ ਸੱਚੇ ਲੋਕ ਹੈ ਨਹੀਂ, ਸੱਚੇ ਪ੍ਰਚਾਰਕ ਹੈ ਨਹੀਂ। ਪਾਤਸ਼ਾਹ ਕਹਿੰਦੇ ਹਨ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਮੁਤਾਬਕ ਹੀ ਜੀਵਦੇ ਨੇ, ਉਹਦੇ ਮੁਤਾਬਕ ਹੀ ਚੱਲਦੇ ਹਨ। ਆਪਾਂ ਵੇਖਦੇ ਹਾਂ ਇੱਕ ਗੁਰਮੁਖ ਪਿਆਰੇ ਆਪਣੇ ਵੀ ਇੱਥੇ ਕੀਰਤਨ ਕਰਨ ਆਉਂਦੇ ਨੇ, ਉਹ ਕੋਈ ਭੇਟਾ ਨਹੀਂ ਲੈਂਦੇ। ਉਹ ਕੀਰਤਨ ਕਰਦੇ ਨੇ, ਬਹੁਤ ਸੁੰਦਰ ਕੀਰਤਨ ਕਰਦੇ ਨੇ। ਉਹਨਾਂ ਦਾ ਕੰਮ ਬਸ ਨਾਮ ਜਪਣਾ, ਸ਼ਬਦ ਨਾਲ ਜੁੜਨਾ ਤੇ ਜੋੜਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਸੇਵਿਆ ਸੁਖ ਪਾਇਆ। ਸਤਿਗੁਰੂ ਨੂੰ ਸੇਵਦੇ ਨੇ, ਸਤਿਗੁਰੂ ਦੇ ਹੁਕਮ ਨੂੰ ਮੰਨਦੇ ਨੇ। ਸੱਚੇ ਸ਼ਬਦ ਵਿਚਾਰ, ਸੱਚੇ ਸ਼ਬਦ ਦੀ ਵਿਚਾਰ ਕਰਨ ਤੋਂ ਭਾਵ ਇਹ ਨਹੀਂ ਵੀ ਕਥਾ ਕਰਨ ਲੱਗੇ। ਵਿਚਾਰਨ ਤੋਂ ਭਾਵ ਹੈ ਵੀ ਆਪਾਂ ਵਿਚਾਰ ਕਰੀਏ। ਸਾਰੇ ਹੀ ਬਾਣੀ ਨੇ ਝੂਠ ਬੋਲਣ ਤੋਂ ਰੋਕਿਆ ਹੈ। ਆਪਾਂ ਵਿਚਾਰ ਕਰੀਏ ਆਪਣੇ ਘਰ ਬੈਠ ਕੇ, ਮੈਂ ਝੂਠ ਬੋਲਣਾ ਛੱਡ ਦਿੱਤਾ ਹੈ। ਗੁਰਬਾਣੀ ਨੇ ਨਿੰਦਿਆ ਤੋਂ ਰੋਕਿਆ ਹੈ ਕਿ ਮੈਂ ਨਿੰਦਿਆ ਕਰਨੀ ਛੱਡ ਦਿੱਤੀ ਹੈ। ਜਦੋਂ ਆਪਾਂ ਇਹ ਕਰਨ ਲੱਗ ਪਏ, ਸਮਝ ਲਓ ਤੁਸੀਂ ਗੁਰੂ ਦੀ ਵਿਚਾਰ ਦੇ ਮੁਤਾਬਕ ਜੀਵਨ ਲੱਗ ਪਏ ਹੋ, ਤੁਹਾਨੂੰ ਸੁੱਖ ਮਿਲਣ ਲੱਗ ਜਾਵੇਗਾ। ਸਤਿਗੁਰ ਸੇਵਿਆ ਸੁਖ ਪਾਇਆ। ਸਤਿਗੁਰੂ ਨੂੰ ਸੇਵ ਕੇ ਸੁਖ ਪਾਇਆ ਕਿਵੇਂ? ਗੁਰ ਸ਼ਬਦ ਵਿਚਾਰ। ਵਾਹਿਗੁਰੂ ਸੱਚੇ ਸ਼ਬਦ ਵਿਚਾਰ, ਗੁਰੂ ਦੇ ਸੱਚੇ ਸ਼ਬਦ ਦੀ ਵਿਚਾਰ ਕਰਨ ਲੱਗ ਪਏ। ਗੁਰਬਾਣੀ ਸਾਨੂੰ ਜੋ ਕਹਿੰਦੀ ਹੈ ਉਹਦੇ ਮੁਤਾਬਕ ਵਿਚਾਰ ਕੇ ਆਪਣੇ ਜੀਵਨ ਵਿੱਚ ਢਾਲਣ ਲੱਗ ਪਏ। ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਿੱਖ ਆਏ। ਭਾਈ ਗੁਰਦਾਸ ਜੀ ਨੇ ਆਪਣੀ ਵਾਰ 11ਵੀਂ ਵਾਰ ਦੇ ਵਿੱਚ ਉਹਨਾਂ ਸਿੱਖਾਂ ਦਾ ਨਾਂ ਦਿੱਤਾ ਹੈ। ਉਹਨਾਂ ਸਿੱਖਾਂ ਨੇ ਕਿਹਾ ਮਹਾਰਾਜ ਸਾਡੇ ਕੋਲੋਂ ਝੂਠ ਬੜਾ ਬੋਲ ਹੁੰਦਾ ਹੈ, ਨਿੰਦਿਆ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਪਰ ਸਾਡੇ ਕੋਲੋਂ ਇਹ ਮਾੜੇ ਕਰਮ ਵੀ ਹੋ ਜਾਂਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇੱਦਾਂ ਕਰਿਆ ਕਰੋ, ਤੁਸੀਂ ਨਾ ਰੋਜ਼ ਕਾਗਜ਼ 'ਤੇ ਲਿਖਿਆ ਕਰੋ ਵੀ ਅੱਜ ਮੈਂ ਕਿੰਨਾ ਝੂਠ ਬੋਲਿਆ ਹੈ, ਕਿੰਨੀ ਨਿੰਦਿਆ ਕੀਤੀ ਹੈ, ਕਿੰਨਾ ਮਾੜਾ ਕਰਮ ਕੀਤਾ ਹੈ। ਜਦੋਂ ਆਪਾਂ ਇੱਦਾਂ ਕਰਨ ਲੱਗ ਜਾਵਾਂਗੇ ਫਿਰ ਆਪਾਂ ਉਸ ਚੀਜ਼ ਤੋਂ ਨਫ਼ਰਤ ਕਰਾਂਗੇ ਵੀ ਅੱਜ ਮੈਂ ਇੰਨੀ ਨਿੰਦਿਆ ਕੀਤੀ ਹੈ। ਆਪਾਂ ਨਿੰਦਿਆ ਕੀਤੀ, ਉਹਦਾ ਹਿਸਾਬ ਕਿਤਾਬ ਨਹੀਂ ਲਾਇਆ। ਉਹ ਹਿਸਾਬ ਕਿਤਾਬ ਫਿਰ ਇਕੱਠਾ ਹੁੰਦਾ ਹੈ, ਫਿਰ ਜੀ ਭੁੱਲ ਕੇ ਫਿਰ ਦੁਖੀ ਹੁੰਦਾ ਹੈ। ਤਾਂ ਉਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ। ਮਹਾਰਾਜ ਕਹਿੰਦੇ ਫਿਰ ਇਹਨੂੰ ਪੜ੍ਹਿਆ ਕਰੋ ਵੀ ਅੱਜ ਮੈਂ ਬਾਣੀ ਵੀ ਪੜ੍ਹੀ ਸੀ, ਇੰਨੀ ਨਿੰਦਿਆ, ਇਹ ਝੂਠ ਬੋਲਿਆ ਗਿਆ, ਕਿੰਨਾ ਪਾਪ ਹੋ ਗਿਆ। ਤਾਂ ਉਹਨਾਂ ਨੇ ਉਸੇ ਤਰ੍ਹਾਂ ਕਰਨ ਲੱਗ ਪਏ। ਤੇ ਮਹਾਰਾਜ ਕਹਿੰਦੇ ਫਿਰ ਸੰਗਤ ਵਿੱਚ ਆ ਕੇ ਦੱਸਿਆ ਕਰੋ ਬਈ ਅੱਜ ਭਾਈ ਮੈਂ ਨਾ ਮਹੀਨੇ ਬਾਅਦ ਆ ਕੇ ਦੱਸਿਆ ਕਰੋ, ਮਹੀਨੇ ਵਿੱਚ ਇੰਨੇ ਦਿਨ ਮੇਰੇ ਕੋਲ ਇਹ ਝੂਠ ਬੋਲਿਆ ਗਿਆ, ਇਹ ਨਿੰਦਿਆ ਕੀਤੀ ਗਈ। ਤਾਂ ਇੱਕ ਦਿਨ ਉਹਨਾਂ ਦੇ ਸਾਰੇ ਉਹ ਜਿਹੜੇ ਵਕਾਰ ਸੀ ਖਤਮ ਹੋ ਗਏ। ਆਪਾਂ ਪੜਚੋਲ ਨਹੀਂ ਕਰਦੇ,
ਜੇਕਰ ਆਪਾਂ ਵੀ ਘਰੇ ਇੱਕ ਡਾਇਰੀ ਲਾ ਲਈਏ, ਲਿਖੀਏ ਵੀ ਅੱਜ ਮੈਂ ਕਿੱਥੇ ਕਿੱਥੇ ਮਾੜਾ ਸੋਚਿਆ ਹੈ, ਕਿੱਥੇ ਝੂਠ ਬੋਲਿਆ, ਕਿੱਥੇ ਨਿੰਦਿਆ ਕੀਤੀ ਹੈ, ਤਾਂ ਇਹਨਾਂ ਪਾਪਾਂ ਤੋਂ ਫਿਰ ਬਚਣ ਦਾ ਯਤਨ ਕਰਾਂਗੇ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਇਸ ਤਰ੍ਹਾਂ ਉਹ ਸ਼ਬਦ ਦੀ ਵਿਚਾਰ ਦੇ ਨਾਲ ਗੁਰਮੁਖ ਜੀਵਦੇ ਨੇ। ਅੰਦਰੋਂ ਤ੍ਰਿਸ਼ਨਾ ਭੁੱਖ ਗਈ, ਸੱਚਾ ਨਾਏ ਪਿਆਰ। ਜਦੋਂ ਆਪਣੀ ਬਿਮਾਰੀ ਨੂੰ ਵਿਚਾਰਨ ਲੱਗ ਪਏ, ਇਹ ਬਿਮਾਰੀਆਂ ਨੇ, ਗੁਰੂ ਦੇ ਸ਼ਬਦ ਨਾਲ ਜੀਵਨ ਲੱਗ ਪਏ, ਅੰਦਰੋਂ ਇਹ ਪਦਾਰਥ ਦੀ ਵਾ ਹਰ ਇੱਕ ਤਰ੍ਹਾਂ ਦੀ ਤ੍ਰਿਸ਼ਨਾ ਖਤਮ ਹੋ ਗਈ। ਸੱਚਾ ਨਾਏ ਪਿਆਰ, ਸੱਚੇ ਨਾਮ ਨਾਲ ਪਿਆਰ ਪੈ ਗਿਆ। ਨਾਨਕ ਨਾਮ ਰਤੇ ਸਹਿਜੇ ਰੱਜੇ, ਜਿਨ੍ਹਾਂ ਹਰ ਰੱਖਿਆ ਔਰ ਧਾਰ। ਨਾਮ ਨਾਲ ਜਿਹੜੇ ਰੱਤੇ ਗਏ ਉਹ ਰੱਜ ਗਏ, ਉਹਨਾਂ ਨੂੰ ਸੁੱਖ ਮਿਲਿਆ, ਉਹਨਾਂ ਨੇ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ। ਬਸ ਇਹੀ ਤਰੀਕਾ ਹੈ। ਆਪਾਂ ਸੰਗਤ ਵਿੱਚ ਤੇ ਬੋਲ ਕੇ ਨਹੀਂ ਦੱਸ ਸਕਦੇ, ਇਹਨਾਂ ਸਾਡਾ ਜਿਗਰਾ ਨਹੀਂ ਹੈ। ਆਪਾਂ ਕਮ ਸੇ ਕਮ ਆਪਣੇ ਘਰ ਵਿੱਚ ਡਾਇਰੀ ਲਾਈਏ, ਲਿਖੀਏ। ਜੇ ਡਾਇਰੀ ਵੀ ਲਾ ਸਕਦੇ, ਕਮ ਸੇ ਕਮ ਰੋਜ਼ ਬੈਠ ਕੇ ਵਿਚਾਰ ਕਰੀਏ, ਸ਼ਾਮ ਨੂੰ ਸੌਣ ਲੱਗਿਆਂ, ਰਾਤ ਨੂੰ, ਵੀ ਅੱਜ ਕਿੰਨਾ ਝੂਠ ਬੋਲਿਆ ਹੈ। ਜੇ ਆਪਾਂ ਵਿਚਾਰ ਕਰਨ ਲੱਗ ਪਏ ਨਾ ਇਸ ਚੀਜ਼ 'ਤੇ, ਇਹਨਾਂ ਚੀਜ਼ਾਂ ਨੇ ਘਟਣ ਲੱਗ ਜਾਣਾ ਹੈ, ਕਿਉਂਕਿ ਆਪਾਂ ਨੂੰ ਆਪਣੇ ਆਪ ਹੀ ਇਹਨਾਂ ਤੋਂ ਨਫ਼ਰਤ ਹੋਣ ਲੱਗ ਜਾਂਦੀ, ਮਾੜੀ ਚੀਜ਼ ਤੋਂ। ਤੋ ਮਹਾਰਾਜ ਕਹਿੰਦੇ ਫਿਰ ਨਾਮ ਨਾਲ ਪਿਆਰ ਪੈਣ ਲੱਗ ਜਾਂਦਾ ਹੈ। ਮਹੱਲਾ ਤੀਜਾ। ਮਨੁ ਕਰ ਨਾਮ ਨਾ ਸੇਵਿਆ, ਦੁੱਖ ਲੱਗਾ ਬਹੁਤਾ ਆਏ। ਮਨਮੁਖ ਜੀਵ ਗੁਰੂ ਦੇ ਵਿਚਾਰ ਮੁਤਾਬਕ ਨਹੀਂ ਚੱਲਦਾ, ਨਾਮ ਨਹੀਂ ਜਪਦਾ, ਬਹੁਤਾ ਦੁੱਖ ਉਹਨੂੰ ਲੱਗ ਜਾਂਦਾ ਆ ਕਿ ਅੰਤਰ ਅਗਿਆਨ ਅੰਧੇਰ ਸੁਧ ਨਾ ਕਾਈ ਪਾਏ। ਅੰਤਰ ਅਗਿਆਨ ਨਾਲ ਭਰਿਆ ਪਿਆ ਹਿਰਦਾ, ਇਸ ਕਰਕੇ ਉਹ ਵਿਸ਼ੇ ਵਿਕਾਰਾਂ ਨੂੰ ਮਾੜਾ ਸਮਝਦਾ ਹੀ ਨਹੀਂ, ਝੂਠ ਨਿੰਦਿਆ ਨੂੰ ਮਾੜਾ ਸਮਝਦਾ ਹੀ ਨਹੀਂ, ਇਹਨੂੰ ਹੋਰ ਇਕੱਠਾ ਕਰੀ ਜਾਂਦਾ ਹੈ। ਅਤੇ ਮਹਾਰਾਜ ਕਹਿੰਦੇ ਉਹਨੂੰ ਕੋਈ ਅੰਦਰ ਦੀ ਸੋਝੀ ਨਹੀਂ ਆਉਂਦੀ। ਮਨ ਹਟ ਸਹਿਜ ਨਾ ਬੀਜਿਓ, ਭੁੱਖਾ ਕੇ ਅੱਗੇ ਖਾਏ। ਇਸ ਕਰਕੇ ਮਨਮੁਖ ਸਹਿਜ ਅਵਸਥਾ ਵਿੱਚ ਨਹੀਂ ਆਉਂਦਾ ਅਤੇ ਅੰਦਰ ਨਾਮ ਨਹੀਂ ਬੀਜਿਆ ਜਾਂਦਾ, ਫਿਰ ਅੱਗੇ ਭੁੱਖਾ ਕੀ ਖਾਵੇਗਾ, ਭਾਵ ਕੁਝ ਪ੍ਰਾਪਤੀ ਨਹੀਂ ਹੋਵੇਗੀ। ਨਾਮ ਨਿਧਾਨ ਵਿਸਾਰਿਆ, ਦੂਜੇ ਲੱਗੇ ਜਾਏ। ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ, ਦਵੈਤ ਭਾਵ ਇਸ ਸੰਸਾਰ ਵਿੱਚ ਹੀ ਲੱਗਾ ਰਿਹਾ। ਨਾਨਕ ਗੁਰਮੁਖ ਮਿਲੇ ਵਡਿਆਈਆਂ, ਜੇ ਆਪੇ ਮੇਲ ਮਿਲਾਏ। ਪਰ ਜਿਹੜੇ ਗੁਰਮੁਖ ਬਣ ਗਏ, ਗੁਰੂ ਦੀ ਗੱਲ ਮੰਨਣ ਲੱਗ ਪਏ, ਉਹਨਾਂ ਨੂੰ ਵਡਿਆਈਆਂ ਮਿਲ ਗਈਆਂ, ਉਹਨਾਂ ਨੂੰ ਵਾਹਿਗੁਰੂ ਆਪੇ ਹੀ ਆਪਣੇ ਵਿੱਚ ਮਿਲਾ ਲੈਂਦਾ। ਪੌੜੀ ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ। ਉਹਨਾਂ ਗੁਰਮੁਖਾਂ ਦੀ ਰਸਨਾ ਵਾਹਿਗੁਰੂ ਦਾ ਜਸ ਗਾਉਂਦੀ ਹੋਈ ਸੋਹਣੀ ਬਣ ਜਾਂਦੀ ਹੈ। ਝੂਠ ਬੋਲਣ ਤੋਂ ਹਟ ਗਈ, ਨਿੰਦਿਆ ਕਰਨ ਤੋਂ ਹਟ ਗਈ, ਵਾਹਿਗੁਰੂ ਦਾ ਜਸ ਗਾਉਂਦੀ ਹੋਈ ਉਹ ਰਸਨਾ ਖਰੀ ਸੁਹਾਵਣੀ ਹੋਈ। ਜੋ ਮਨ ਤਨ ਮੁਖਰ ਬੋਲੇ ਸਾਰ ਭਾਵਣੀ। ਇਸ ਤਰ੍ਹਾਂ ਫਿਰ ਜਿਹੜੇ ਅੰਦਰੋਂ ਜੁੜ ਕੇ ਮਨ ਤਨ ਕਰਕੇ ਵਾਹਿਗੁਰੂ ਦਾ ਨਾਮ ਜਪਦੇ ਨੇ, ਉਹ ਭਾ ਜਾਂਦੇ ਨੇ। ਮਹਾਰਾਜ ਕਹਿੰਦੇ ਉਹਨਾਂ ਦੀ ਰਸਨਾ ਵੀ ਸਫਲ ਹੋ ਜਾਂਦੀ। ਜੋ ਗੁਰਮੁਖ ਚੱਖੈ ਸਾਧ ਸਾ ਤ੍ਰਿਪਤਾਵਣੀ। ਜੋ ਗੁਰਮੁਖ ਨਾਮ ਦਾ ਸਵਾਦ ਚੱਖ ਲੈਂਦੇ ਨੇ, ਉਹਨਾਂ ਦੀ ਰਸਨਾ ਵੀ ਤ੍ਰਿਪਤ ਹੋ ਗਈ, ਉਹਨਾਂ ਦਾ ਜੀਵਨ ਵੀ ਸਫਲ ਹੋ ਗਿਆ। ਗੁਣ ਗਾਵੈ ਪਿਆਰੇ ਨਿਤ, ਗੁਣ ਗਾਏ ਗੁਣੀ ਸਮਝਾਵਣੀ। ਗੁਰਮੁਖ ਪਿਆਰੇ ਰੋਜ਼ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਰਸਨਾ ਨਾਲ, ਅਤੇ ਆਪ ਵੀ ਜਪਦੇ ਨੇ, ਹੋਰਾਂ ਨੂੰ ਵੀ ਨਾਮ ਨਾਲ ਜੋੜਦੇ ਨੇ। ਜਿਸ ਹੋਵੇ ਆਪ ਦਿਆਲ, ਸਾ ਸਤ ਗੁਰੂ ਗੁਰੂ ਬੁਲਾਵਣੀ। ਮਹਾਰਾਜ ਕਹਿੰਦੇ ਕੋਈ ਵੀ ਜੀਵ ਆਪਣੇ ਬਲ ਨਾਲ ਵਾਹਿਗੁਰੂ ਦੀ ਵਡਿਆਈ ਨਹੀਂ ਕਰ ਸਕਦਾ। ਜੇ ਕੋਈ ਹੰਕਾਰ ਕਰੇ ਤਾਂ ਇਹ ਤਾਂ ਉਹਦੀ ਰਹਿਮਤ ਦੇ ਨਾਲ ਹੈ। ਇਸ ਕਰਕੇ ਸਦਾ ਅਰਦਾਸ ਕਰੀਏ, ਮਾਲਕ ਤੂੰ ਕਿਰਪਾ ਕਰ। ਅਤੇ ਜਿਹਦੇ 'ਤੇ ਉਹ ਵਾਹਿਗੁਰੂ ਦਿਆਲੂ ਹੁੰਦਾ ਹੈ, ਉਹਦੇ ਕੋਲੋਂ ਗੁਰੂ ਗੁਰੂ ਜਪਾ ਲੈਂਦਾ ਹੈ। ਉਹ ਗੁਰੂ ਗੁਰੂ ਜਪਦਾ ਹੈ। ਸਤਿਗੁਰੂ ਮਿਹਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।